नंदन सिमरो अंगद दोपनिकंदन अमरदास गुरे हृदय ध्यान गुरे हृदय ध्यान श्री गुरु रामदास गुण गावो श्री अर्जन विघ्नन के नासक विघ्नन के नासक हर गोबिंद शुभ समत प्रकाशक श्री हरि राय नमो कर जोरी नमो कर जोरी गुर हरि कृष्ण मनाए गहोरी एक बहादुर परम कृपाला परम कृपाला श्री गुरु गोबिंद सिंह बेसाला तारों तारा तार पुन पुन सीसा पुन पुन सीसा बंदों बार बार जगदीसा जामै अमृत ज्ञान है मानक भगत बैराग श्री गुरु ग्रंथ साहिब दद बंदो कर अनराग एकंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह तख्त चादर छत्र दे मालक हाजरा हजूर सर्व कला भरपूर सर्व जीवां दे कल्याणकारी ज्ञान दे सागर जुगो जुग अटल धन धन साहिब श्री गुरु ग्रंथ साहिब महाराज जी की पावन पवित्र हाजरी अंदर सज बैठे गुरु रूप गुरु खालसा साध संगत जी आप वडभागी हो मेरी पीरी के बालक साहेब श्री गुरु हरगोबिंद साहब महाराज जी के दरों घरों बरसाए हुए बहादुर बाबा विधि चंद जी के पावन पवित्र अस्थान से सज के जिते हफ्तावारी प्रोग्राम की हाजिरी करना की है सर्वत संगत में रल के कौड़ी सुखड़ी साहब जी के जाप किए उपरंत चौपई साहब जी के जाप मिल के करना किए कुछ समा धारणा के द्वारा परमेश्वर वाहिगुरु गुरु साहिब जी की सिफत सलाह गैन करना की बाबा जी के
ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਪਿਛਲੇ ਪਹਿਰ ਗੁਰ ਇਤਿਹਾਸ ਦੀ ਗਾਥਾ ਤੋਂ ਦੀਵਾਨ ਪ੍ਰਾਰੰਭ ਹੁੰਦਾ ਹੈ, ਜੋ ਆਪ ਹਰ ਰੋਜ਼ ਦੇਵਤਿਆਂ ਦੀ ਤਰ੍ਹਾਂ ਸਜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ। ਲੜੀਵਾਰ ਕਥਾ ਇਤਿਹਾਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਚੱਲ ਰਿਹਾ ਹੈ, ਜਿਹਦੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਘੋੜੇ ਲਿਆਉਣ ਦੀ ਗਾਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ, ਜਿਹਦੇ ਵਿੱਚ ਬਾਬਾ ਜੀ ਨੇ ਆਪਣੀਆਂ ਵਿਧੀਆਂ ਦੇ ਦੁਆਰਾ ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਦੇ ਦੁਆਰਾ ਪਹਿਲਾ ਘੋੜਾ ਘਾਈ ਬਣ ਕੇ ਲਿਆਉਣਾ ਕੀਤਾ। ਸਤਿਗੁਰਾਂ ਦੇ ਪਾਸ ਜਿਸ ਵੇਲੇ ਬਾਬਾ ਜੀ ਪਹੁੰਚੇ, ਸਤਿਗੁਰੂ ਜੀ ਨੇ ਬੜਾ ਸਤਿਕਾਰ ਤੇ ਮਾਣ ਕਰਨਾ ਕੀਤਾ। ਨਾਲ ਬਚਨ ਕੀਤੇ, ਵਿਧੀ ਚੰਦ ਜਿਵੇਂ ਸੰਗਤ ਦੇ ਮਨ ਦੀ ਭਾਵਨਾ ਸੀ, ਜਿਵੇਂ ਸੰਗਤ ਮਨ ਦੇ ਵਿੱਚ ਚਾਹੁੰਦੇ ਸੀ ਕਿ ਸਤਿਗੁਰੂ ਜੀ ਇਹੋ ਜਿਹਾ ਘੋੜਾ ਹੈ, ਏਡਾ ਸੁੰਦਰ ਆਪ ਜੀ ਦੀ ਸਵਾਰੀ ਦੇ ਲਾਇਕ ਹੈ ਤੇ ਆਪ ਹੀ ਮੰਗਵਾ ਸਕਦੇ ਹੋ, ਜਿੱਥੇ ਕਿ ਹਕੂਮਤ ਨੇ ਸਾਡੇ ਤੋਂ ਖੋਹ ਕੇ ਘੋੜੇ ਬੰਨ ਲੈਣਾ ਕੀਤੇ। ਆਪ ਜੀ ਤੋਂ ਬਗੈਰ ਕੋਈ ਵੀ ਉਹ ਵਸਤੂ ਦੁਬਾਰਾ ਲਿਆ ਨਹੀਂ ਸਕਦਾ। ਆਪ ਜੀ ਜਿਹੜੇ ਵੀ ਸਿੱਖ ਦੇ ਉੱਪਰ ਕਿਰਪਾ ਕਰੋਗੇ, ਕੋਈ ਕਾਰਜ ਸਖੈਣ ਹੀ ਕਰ ਲਵੇ। ਸਤਿਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਕਿ ਸੰਗਤ ਜੀ, ਜਿਵੇਂ ਤੁਹਾਡੇ ਮਨ ਦੀ ਭਾਵਨਾ ਹੈ, ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ, ਪੂਰੀ ਜ਼ਰੂਰ ਹੋਵੇਗੀ। ਇਹ ਬਚਨ ਕੀਤਾ। ਸੰਗਤ ਕੁਝ ਦਿਨ ਦਰਸ਼ਨ ਦੀਦਾਰ ਕਰਕੇ ਵਾਪਸ ਚਲੇ ਗਏ। ਸਤਿਗੁਰੂ ਜੀ ਵਿਚਾਰ ਕਰਨ ਲੱਗੇ ਕਿ ਭਾਈ ਹੁਣ ਘੋੜੇ ਕਿਵੇਂ ਲਿਆਉਣੇ। ਸੰਗਤ ਸੂਰਮੇ ਇਲਾਕੇ ਦੇ ਉਹ ਦੁਆਰ ਬੈਠੇ ਹੋਏ ਸੀ। ਸਾਰਿਆਂ ਨੇ ਆਪਣੀ ਆਪਣੀ ਤਰਫੋਂ ਸਲਾਹ ਦਿੱਤੀ ਕਿ ਸਤਿਗੁਰੂ ਜੀ ਹੁਣ ਤੇ ਫਿਰ ਯੁੱਧ ਹੀ ਲੜਨਾ ਪਵੇਗਾ। ਕਿਸੇ ਨੇ ਕੋਈ ਸਲਾਹ ਦਿੱਤੀ। ਸਤਿਗੁਰੂ ਜੀ ਕਹਿੰਦੇ ਭਾਈ ਯੁੱਧ ਤੇ ਲੜਾਂਗੇ, ਪਰ ਘੋੜੇ ਤੇ ਕਿਹੜੇ ਦੇ ਵਿੱਚ ਹੈ, ਉਹ ਆਪਾਂ ਨੂੰ ਕਿਵੇਂ ਪ੍ਰਾਪਤ ਹੋ ਜਾਣਗੇ। ਆਪਣੇ ਕੋਲ ਜੇ ਤੇ ਭਾਰੀ ਫੌਜਾਂ ਹੋਣ, ਉਹਨਾਂ ਕੋਲ ਭਾਰੀ ਤੋਪਾਂ ਕਈ ਸਮਝੋ ਸਮਾਨ ਹੈ। ਆਪਾਂ ਤੇ ਆਮੋ ਸਾਹਮਣੇ ਯੁੱਧ ਹੋਵੇ, ਕਿੱਡਾ ਮਰਜ਼ੀ ਕੋ ਆਪਾਂ ਜਿੱਤ ਲਵਾਂਗੇ, ਪਰ ਉਸ ਜ਼ਾਲਮ ਸਰਕਾਰ ਦੇ ਘਰ ਦੇ ਵਿੱਚ ਜਾ ਕੇ, ਕਿਲੇ ਦੇ ਵਿੱਚ ਜਾ ਕੇ ਭਾਰੀ ਨੁਕਸਾਨ ਵੀ ਹੋਵੇਗਾ। ਇਸ ਕਰਕੇ ਆਪਾਂ ਨੂੰ ਇਹੋ ਜਿਹੀ ਕੋਈ ਵਿਉਂਤ ਕਰਨੀ ਚਾਹੀਦੀ ਹੈ ਕਿ ਜਿਹਦੇ ਨਾਲ ਘੋੜੇ ਸਖੈਣ ਹੀ ਵਾਪਸ ਆ ਜਾਣ। ਉੱਤੇ ਬੈਠਾ ਸੀ ਤੀਖਣ ਬੁੱਧੀ ਦਾ ਮਾਲਕ, ਜਿਹਦੇ ਮਾਤਾ ਪਿਤਾ ਨੇ ਨਾਮ ਰੱਖਿਆ ਰਾਏ ਜੋਧ, ਕਿ ਉਹ ਹੈ ਵੀ ਯੋਧਾ। ਕਿਉਂਕਿ ਮਾਤਾ ਪਿਤਾ ਜਦੋਂ ਨਾਮ ਰੱਖਦੇ ਹੈ, ਕਿਸੇ ਨਾ ਕਿਸੇ ਦੇ ਵੱਲ ਦੇਖ ਕੇ ਤੇ ਫਿਰ ਨਾਮ ਰੱਖਿਆ ਜਾਂਦਾ। ਤੇ ਕਈ ਹੁੰਦੇ ਉਹ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਹੈ ਕਿ ਪਿਤਾ ਜੀ ਮੇਰਾ ਨਾਮ ਕਿਵੇਂ ਤੁਸੀਂ ਰੱਖਣਾ ਕੀਤਾ, ਕਿਹਦੇ ਵੱਲ ਦੇਖ ਕੇ ਰੱਖਿਆ ਸੀ। ਤੇ ਉਸ ਵੇਲੇ ਮਾਤਾ ਪਿਤਾ ਦੱਸਦੇ, ਕਿਉਂਕਿ ਹਰ ਇੱਕ ਦੇ ਮਨ ਦੀ ਚਾਹਨਾ ਹੁੰਦੀ ਹੈ ਕਿ ਸਾਡਾ ਪੁੱਤਰ ਸੂਰਮਾ ਹੋਵੇ, ਚੰਗਾ ਹੋਵੇ, ਸਿਫਤ ਹੋਵੇ, ਨਾਲ ਸਾਡੀ ਵੀ ਸਿਫਤ ਹੋਵੇਗੀ। ਜਿਸ ਵੇਲੇ ਮਾਤਾ ਪਿਤਾ ਦੱਸਦੇ ਕਿ ਪੁੱਤਰ ਫਲਾਣੇ ਯੋਧੇ ਵੱਲ ਦੇਖ ਕੇ ਤੇਰਾ ਨਾਮ ਰੱਖਿਆ, ਤੇ ਕੁਝ ਹੁੰਦੇ ਉਹ ਆਪਣੇ ਮਾਤਾ ਪਿਤਾ ਦੇ ਰੱਖੇ ਹੋਏ ਨਾਮ ਦੀ ਲਾਜ ਰੱਖਦੇ ਕਿ ਨਾਮ ਰੱਖਿਆ ਹੋਇਆ ਸ਼ੇਰ ਸਿੰਘ, ਤੇ ਉਹ ਜੇ ਕਾਰਜ ਕਰਕੇ ਦਿਖਾਉਣੇ। ਕਈ ਐਸੇ ਹੁੰਦੇ ਨਾਮ ਵੱਡੇ ਵੱਡੇ ਚੁਣ ਕੇ ਰੱਖੇ ਹੁੰਦੇ ਹੈ ਤੇ ਕੰਮ ਕਹਿਰਾਂ ਵਾਲੇ ਕਰਦੇ, ਉਹ ਕਹਿਰ ਹੀ ਬਣ ਜਾਂਦੇ ਹਨ। ਜਿਵੇਂ ਕਿ ਅੱਜ ਬਹਾਦਰ ਹਰੀ ਸਿੰਘ ਨਲੂਆ, ਉਹਨਾਂ ਦਾ ਅੱਜ ਜਨਮ ਦਿਨ ਹੈ, ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਸ਼੍ਰੋਮਣੀ ਜਰਨੈਲ, ਸ਼੍ਰੋਮਣੀ ਸੂਰਮੀਰ ਮੰਨਿਆ ਗਿਆ।
जिन्हां ने खैबर तੀਕਰ जाके काबल कधार उतों अगे तੀਕਰ जाके ते खालसा राज कायम करना कीता। ऐसे सन हरी सिंह जी नलूआ, जिन्हां दे नाम तो ही वैरी थर थर कंबदे। उन्हां दे जीवन का बख्श जो पढ़ते हैं सुनते हैं कि किहो जिहा उन्हां दा जीवन सी। गुरु साहब जी के उपर पूर्ण तौर पर भरोसा, संगत का बहुत वड्डा मान करना, गुरसिखां दे नाल प्यार करना, अमृत वेले सब तो पहलों जागना ते आप उठ के, क्योंकि उन्हां समयां दे विच किहड़ा कोई मोटरां आदि हुंदियां सी, ਉਹਦੇ ਵਿੱਚੋਂ जल ਕੱਢਣਾ, अपना जिथे इशनान करना उत्थे बेअंत होर गुरसिखां दा हत्थी इशनान कराउणा। ਉਹਦੇ ਵਿੱਚੋਂ ਵੱਡਾ भारी डोल जिहड़ा कि हरी सिंह नलूआ जी कर सकते सी, होर नहीं कोई। ਉਹ भी बहुत बहुत डूंघे, क्योंकि पहाड़ां दे विच कुछ दे खूह हुंदे जिहड़े बिल्कुल नज़दीक पानी मिल जांदा, कुछ हुंदा कि पहाड़ दे उपर फौज ज़्यादा पहाड़ के उपर ही डेरा लाया करनी, उपर ही किले होया करते कि जिस वेले कोई चढ़ के जालम आवेगा, एक तो दूरों पता लग जाएगा, एक उपरों, जिवें कि गुरु गोबिंद सिंह महाराज जी ने आनंदपुर का किला उसारना किया, तां ही ते जालमां दे दंद खट्टे हो गए गुरु साहब जी नूं फड़न वास्ते कि जिहड़े बन्ने भी जालम आउंदे गुरु साहब जी सब तो उच्चे, एक एक तीर दे नाल कई कई जालमां नूं मौत दे घाट उतार दिंदे। तिवें ही हरी सिंह नलूआ, वो भी वड्डी पहाड़ी दे उपर ते वड्डा खूह डूंघा जिहदे विचों वड्डे डोल दे नाल पानी कढदे, सिख संगतां दा इशनान कराउंदे। फिर अमृत वेले इशनान करके दस्तार चुन चुन के बन के उपरंत श्री गुरु ग्रंथ साहिब महाराज जी का प्रकाश अपने हथी करना ते नाल रखिया हुआ पाठ वो करना। कुछ समय दे विच वो खुले पाठ का भोग पा लिया करते थे, क्योंकि गुरु ग्रंथ साहिब महाराज जी का पाठ हर गुरसिख नूं करना चाहिए। भावना के नाल मन बिरती नूं एकाग्र करन वास्ते समझना चाहिए कि गुरु जी की सानूं ज्ञान बख्शदे। ये नहीं है कि जिवें असीं बाणी पढ़ते हैं कि इन्ने समय दे विच असीं आ कुछ पढ़ लैना, जां एक महीने दे विच असीं भोग पा ही लैना। नहीं, प्यार दे नाल समझ समझ के अर्थां नूं समझ के बड़े प्यार दे नाल बाणी पढ़िया करते प्रातन गुरसिख। इवें ही हरी सिंह जी नलूआ खुले पाठ नूं बड़े प्यार दे नाल अमृत वेले पढ़ते, पहले वाहिगुरू मंत्र दा गुरु मंत्र दा जाप करते, उपरंत बाणी पढ़ते, कड़ा प्रशादी देग हो के दरबार दे विच आउंदी ते सारियां दे विच खड़े हो के अरदास करते, मुख वाक लैके कड़ा प्रशादी देग वरताई जाती। कहते कि जो अमृत वेले दे उठे हुए हरि सिंह नलूआ अमृत वेले इशनान करके सिखां की सेवा करके कुछ समा वाहिगुरू मंत्र मूल मंत्र का जाप करते, पानी पढ़ते ते कड़ा प्रशादी देग लैके जो जिथे श्री गुरु ग्रंथ साहिब महाराज जी का प्रकाश होंदा उतों बाहर आउंदे ते उन्हां दे चेहरे के उपर जिहड़ा जलाल हुंदा सी वो देखण ही वाला हुंदा। चेहरा जिहड़ा है लाल रंग का दग दग करदा, ना पानी दे विच रखिया होया चेहरा ते जिन्हां दे नेत्र बहुत मोटे मोटे, मशहरे बड़े 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 जालम जिहड़े नाम सुन के थर थर कंबदे। ऐसे हरी सिंह नलूआ जो कि अज अजोके समय के विच आपां देखते हैं, काबल कधार दे विच भावें सब तो
ਸੁਪਰੀਮ ਅਮਰੀਕਾ ਦੇਸ਼ ਹੈ ਜਿਹਦੇ ਕੋਲ ਬੜੀਆਂ ਬੜੀਆਂ ਤੋਪਾਂ ਹੈ, ਟੈਕਨੋਲੋਜੀ ਹੈ, ਉਹ ਵੀ ਉੱਥੇ ਜਿੱਤ ਪ੍ਰਾਪਤ ਨਹੀਂ ਕਰ ਸਕੇ। ਅਜੇ ਤੱਕ ਉੱਥੇ ਕਿਸੇ ਨੇ ਜਿੱਤ ਨਹੀਂ ਪ੍ਰਾਪਤ ਕੀਤੀ। ਉਹਨਾਂ ਮੁਗਲਾਂ ਦੇ ਨਾਲ ਲੜ ਕੇ ਕਾਬਲ ਘਨਾਰ ਵਾਲਿਆਂ ਦੇ ਇੱਕ ਹੀ ਹੋਏ ਹੈ ਜਰਨੈਲ ਹਰੀ ਸਿੰਘ ਨਲੂਆ, ਜਿਨ੍ਹਾਂ ਨੇ ਉਹਨਾਂ ਨੂੰ ਭਾਜੜਾ ਪਾਉਣਾ ਕੀਤੀਆਂ ਤੇ ਜਿੱਤ ਪ੍ਰਾਪਤ ਕਰਕੇ ਤੇ ਜਿੱਤ ਦੇ ਡੰਕੇ ਮਾਰਦੇ ਤੇ ਜਿੱਤ ਦੇ ਝੰਡੇ ਜਿਹੜੇ ਆਪਣੇ ਨਾਮ ਦੇ ਗੱਡਦੇ, ਗੁਰੂ ਖਾਲਸੇ ਦੇ ਨਾਮ ਦੇ, ਗੁਰੂ ਜੀ ਦੇ ਨਾਮ ਦੇ ਝੰਡੇ ਜਿਹੜੇ ਚੜਾਏ ਜਾਂਦੇ, ਉਹ ਸਨ ਭਾਈ ਹਰੀ ਸਿੰਘ ਜੀ ਨਲੂਆ। ਕਹਿੰਦੇ ਕਿ ਇਹਨਾਂ ਦਾ ਨਾਮ ਲੈਣ ਤੇ ਜਿਵੇਂ ਬੱਚਾ ਰੋਂਦਾ ਹੋਵੇ ਚੁੱਪ ਕਰਾਉਣ ਵਾਸਤੇ ਕਹਿੰਦੇ ਚੁੱਪ ਕਰ ਜਾ ਭਾਈ, ਇਹ ਪ੍ਰਕਾਰ ਦਾ ਡਰ ਦਿੱਤਾ ਜਾਂਦਾ। ਸ਼ੇਰ ਆ ਗਿਆ, ਆ ਕੋਈ ਆ ਗਿਆ, ਕਹਿੰਦੇ ਉਹ ਪਠਾਣੀਆਂ ਕਿਆ ਕਰਦੀਆਂ, ਚੁੱਪ ਕਰ ਜਾ ਨਹੀਂ ਤੇ ਨਲੂਆ ਆ ਗਿਆ। ਕਹਿੰਦੇ ਬੱਚੇ ਸੁਰ ਹੋ ਜਾ ਕਰਦੇ। ਇੰਨੀ ਧਾਕ ਹਰੀ ਸਿੰਘ ਨਲੂਏ ਦੀ ਸੀ, ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਨਾਮ ਰੱਖੇ ਹੋਏ ਨੂੰ ਐਸਾ ਉਜਾਗਰ ਕਰਨਾ ਕੀਤਾ। ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਐਸੇ ਉਪਰਾਲੇ ਕਰਨਾ ਕੀਤੇ। ਸਾਰਾ ਜੀਵਨ ਹੀ ਗੁਰੂ ਪੰਥ ਦੀ ਸੇਵਾ ਨੂੰ ਸਮਰਪਿਤ ਕੀਤਾ। ਉਹ ਬਹਾਦਰ ਨਲੂਆ ਹਰੀ ਸਿੰਘ ਜੀ ਨਲੂਆ, ਉਹਨਾਂ ਦਾ ਅੱਜ ਜਨਮ ਦਿਹਾੜਾ। ਉਹਨਾਂ ਨੂੰ ਪ੍ਰਣਾਮ, ਬਾਰੰਬਾਰ ਐਸੇ ਯੋਧਿਆਂ ਸੂਰਬੀਰਾਂ ਦੇ ਚਰਨਾਂ ਤੇ ਨਮਸਕਾਰ ਹੈ, ਬਾਰੰਬਾਰ ਐਸੇ ਯੋਧਿਆਂ ਦੇ ਚਰਨਾਂ ਤੇ ਨਮਸਕਾਰ ਕਰਦੇ। ਨਾਲ ਉਹਨਾਂ ਦਾ ਵੀ ਜਨਮ ਦਿਹਾੜਾ ਆਪਾਂ ਸਰਬੱਤ ਸੰਗਤਾਂ ਮਿਲ ਕੇ ਇਕੱਤਰ ਹੋ ਕੇ ਬਾਬਾ ਜੀ ਦੇ ਅਸਥਾਨ ਤੇ ਮਨਾ ਰਹੇ। ਤੇ ਨਾਲ ਲੜੀਵਾਰ ਕਥਾ ਜੋ ਆਪਾਂ ਸਰਵਣ ਕਰਦੇ ਆ ਰਹੇ ਸੀ, ਜਿਸ ਵੇਲੇ ਬਾਬਾ ਜੀ ਘੋੜਾ ਲੈ ਕੇ ਗੁਰੂ ਸਾਹਿਬ ਜੀ ਦੇ ਪਾਸ ਚਲੇ ਗਏ ਤੇ ਪਿੱਛੇ ਲਾਹੌਰ ਦੇ ਵਿੱਚ ਕਿਹਦੀ ਖਰਬਲੀ ਵੱਜਣਾ ਕੀਤੀ। ਜਿਸ ਵੇਲੇ ਦਰੋਗਾ ਆਇਆ, ਪਤਾ ਲੱਗਾ ਦੂਸਰਾ ਘੋੜਾ ਨਹੀਂ ਹੈ, ਰੌਲਾ ਪੈ ਗਿਆ। ਬਾਦਸ਼ਾਹ ਨੂੰ ਪਤਾ ਲੱਗਾ, ਦੱਸਿਆ ਕਿ ਬਾਦਸ਼ਾਹ ਸਲਾਮਤ, ਇੱਕ ਘੋੜਾ ਨਹੀਂ ਹੈ, ਪਤਾ ਨਹੀਂ ਕਿੱਧਰ ਚਲੇ ਗਏ। ਬਾਦਸ਼ਾਹ ਉਸੇ ਵੇਲੇ ਆਇਆ, ਸਾਰਿਆਂ ਨੂੰ ਬੜਾ ਗੁੱਸੇ ਦੇ ਵਿੱਚ ਰੌਲਾ ਪਾਉਣ ਲੱਗਾ। ਸਾਰਿਆਂ ਨੂੰ ਕਿਹਾ ਪਰ ਘੋੜੇ ਦਾ ਕਿਸੇ ਨੂੰ ਪਤਾ ਨਾ ਲੱਗੇ ਕਿ ਘੋੜਾ ਕਿੱਥੇ ਚਲੇ ਗਿਆ ਹੈ, ਕਿੱਧਰ ਦੀ ਗਿਆ ਹੈ। ਰੌਲਾ ਪੈਣਾ ਕੀਤਾ, ਖੋਜੀਆਂ ਨੇ ਖੋਜ ਲੱਭਣਾ ਕੀਤੀ, ਪਰ ਕਿਸੇ ਪ੍ਰਕਾਰ ਦੇ ਨਾਲ ਵੀ ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਸੋ ਜੋ ਬਾਬਾ ਜੀ ਦੇ ਕਿਰਪਾ ਦੇ ਨਾਲ ਘੋੜਾ ਆ ਗਿਆ ਸੀ, ਕਿਸੇ ਨੂੰ ਪਤਾ ਨਾ ਲੱਗਣਾ ਕੀਤਾ। ਜਿਸ ਵੇਲੇ ਇਹ ਕਾਰਜ ਹੋਣਾ ਕੀਤਾ, ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਘੋੜਾ ਕਿੱਥੇ ਚਲੇ ਗਿਆ। ਬਾਦਸ਼ਾਹ ਨੇ ਬੜੀ ਛੇਤੀ ਦੇ ਨਾਲ ਕਿਹਾ ਕਿ ਖੋਜੀ ਬੁਲਾਓ। ਖੋਜੀ ਆਏ, ਖੋਜੀਆਂ ਨੇ ਦੇਖਿਆ ਕਿ ਘੋੜਾ ਅੰਦਰ ਘੁੰਮਦਾ ਪੈੜ ਮਿਲਦੀ ਹੈ, ਬਾਹਰ ਕਿਸੇ ਬਨੇ ਨਿਕਲਦੀ ਪੈੜ ਨਹੀਂ। ਬਾਹਰ ਫੌਜ ਲੈ ਕੇ ਦੂਰ ਦੂਰ ਤਾਈਂ ਢੂੰਡਿਆ, ਪਰ ਘੋੜੇ ਦੀ ਕਿਤੇ ਖੋਜ ਨਾ ਮਿਲੀ। ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਬਾਦਸ਼ਾਹ, ਕਿਸੇ ਪ੍ਰਕਾਰ ਦਾ ਕੋਈ ਖੋਜ ਘੋੜੇ ਦਾ ਮਿਲ ਨਹੀਂ ਗਿਆ। ਬਾਦਸ਼ਾਹ ਕਹਿੰਦਾ ਕਿ ਭਾਈ ਤੁਸੀਂ ਸਿਆਣੇ ਹੋ, ਖੋਜ ਲਾਉਣਾ ਕਰੋ। ਕੁਝ ਕਹਿਣ ਲੱਗੇ ਜੀ ਘੋੜਾ ਇੱਥੋਂ ਕੰਧ ਟਪਾ ਕੇ ਖੜਿਆ ਹੋਵੇ। ਵਿੱਚੋਂ ਕੁਝ ਕਹਿਣ ਲੱਗੇ ਭਾਈ ਇਹ ਨਹੀਂ ਹੋ ਸਕਦਾ, ਘੋੜਾ ਏਡੀ ਉੱਚੀ ਕੰਧ ਨੂੰ ਟਪਾਉਣਾ। ਅੱਗੇ ਫੇਰ ਰਾਵੀ ਦਰਿਆ ਵਗਦਾ ਜਿਹੜਾ ਬਹੁਤ ਡੂੰਘਾ, ਉਹਦੇ ਵਿੱਚ ਲਿਆਣ ਕੇ ਘੋੜਾ ਤੇ ਉਹਨੂੰ ਫੇਰ ਲੈ ਜਾਣਾ, ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ। ਫਿਰ ਕਹਿੰਦੇ ਫਿਰ ਘੋੜਾ ਕਿੱਥੇ ਚਲੇ ਗਿਆ, ਜਾਂ ਧਰਤੀ ਦੇ ਵਿੱਚ ਧੱਸ ਗਿਆ, ਜਾਂ ਆਕਾਸ਼ ਨੂੰ ਖੰਭ ਲਾ ਕੇ ਉੱਡ ਗਿਆ। ਬਾਦਸ਼ਾਹ ਕਹਿੰਦਾ ਖੋਜੀਆਂ ਤੋਂ ਨਹੀਂ ਪਤਾ ਲੱਗਾ, ਹੁਣ ਜੋ ਤੁਸੀਂ ਸੱਜਣਾ ਕਰੋ, ਨਜੂਮੀਏ ਸੱਜਣਾ ਕਰੋ, ਜਿਹੜੇ ਇਹਦਾ ਸਾਰੇ ਦਾ ਭੇਦ ਲਾਉਣ ਕਿ ਘੋੜਾ ਕਿੱਥੇ ਗਿਆ ਹੈ, ਕਿਵੇਂ ਗਿਆ ਹੈ, ਕਿੰਨੇ ਖੜਿਆ ਹੈ, ਇਸ ਵੇਲੇ ਕਿੱਥੇ। ਉਹ ਢੰਡੋਰਾ ਜਿਹੜਾ ਕਈ ਦਿਨਾਂ ਤੋਂ ਪਿੱਟਣਾ ਕੀਤਾ ਕਿ ਕਿਸੇ ਸ਼ਹਿਰ ਦੇ ਵਿੱਚ
जिन्ने भी बादशाह से वलैत दे रहन वाले हिंदुस्तान के छोटे मोटे सूबियां दे चिट्ठियां पाइयां कि किसी दे पास ऐसा कोई नजूमी ज्योतिषी होवे कि गवाची हुई चीज जेड़ा लभ दिंदा होवे, जोत सला दिंदा होवे, बादशाह का हुक्म है छेती लैके ते लाहौर आउणा करो। बादशाह का सुंदर कीमती घोड़ा चले गया, ये ढंडोरा फिरिया, कोई ऐसा पता ना लगे कि जेड़े छोटे मोटे उही डरते सी कि जे पता ना लगा तो बादशाह ने मौत के घाट उतार देना। उधर गुरु साहब जी के पास भाई जेठा जी आए, हाथ जोड़ के बेनती की, जी गरीब नवाज, जिवें आप जी का हुक्म सी मैं सारी रात उवें सेवा करता रहा। घोड़े नूं निहारी भी देसी घ्यो की बना के पाई, पर उन्हें मूँह नहीं लाया, पट्ठियां नूं मूँह नहीं लाया, घाह नूं मूँह नहीं लाउणा कीता। कुछ सिख कहते जी थकेवा होवेगा, बड़ी लंबी मंजिल तय करके आया। राहे जोध कह लगा, भाई देखो भाई जेठा जी सारी रात मालश करते रहे, ते जे थकेवा हुंदा ते थकेवा दूर हो जाता। भाई जेठा जी कहते जी नाल अखां दे विचों पानी वगी जाता है, बड़ा उदास जापदा है घोड़ा। ये पता लगता है कि घोड़े नूं उदासी है कि चीज दी। गुरु साहब जी कृपा करो, घोड़े दे ऊपर हाथ फेर ना करो, रहमत करो, घोड़े की बीमारी का पता लगे। गुरु साहब जी गए, रहमत भरिया हाथ घोड़े की पिठ के ऊपर फेरना किया, घोड़े ने पुकारा मारना किया, कुछ को पट्टे खाना किते। गुरु साहब जी कहते भाई यो मलूम होता है, क्योंकि अंतरजामी सब विद जान है, ताकि सुबह आप सुनाइए। सतगुरु जी कहते भाई जिवें संगतां ने दस्सिया सी ना कि घोड़े सतगुरु जी वलैत दे विचों जिसों खरीद के लियाते, दोनों छोटे बच्चे इक्के थां पले ते इक्के थां ही रहे, दोनों का बड़ा भारी प्यार। जे एक नूं विछोड़ देवांगे ते विछड़ के दोनों दे विचों दोनों ही नहीं बचणगे। ये संगतां ने भी कहा सी। गुरु साहब जी कहते भाई सानू ते यही महसूस होता है कि घोड़ा विछोड़े के कारण घाह पट्ठा नहीं खा रहा, इस करके उदास है। सतगुरु जी कहते भाई हुण फिर किवें करना है। बाबा बिधि चंद जी नूं बुलाया, सरबत संगतां सिख सतगुरां दे पास आ गए। कोई कुछ कहन लगा, कोई कुछ कहन लगा। सतगुरु जी कहते बिधि चंद जी ये जेड़ा तुसी कारज कीता है ना, बड़ा एक नवेकला ही कारज कर दिता है। इहो जिहा कारज कोई भी कर नहीं सकता जिहो जिहा तुसी करके आए हो। हकूमत ने घोड़े खोए सी संगतां दे विचों, ते तुसी उन्हां दे घर दे विचों जाके घोड़ा वापस ले आए हो। अपने भा दे दोनों ही घोड़े वापस आ गए, पर इन्हां दा जानवर है, दोनों का बड़ा प्यार है। जिथे ये भारी घोड़ा दुखी है, उत्थे वो भी घोड़ा भारी दुखी होवेगा। इवें करना करो, तुसीं परोपकारी सिख हो, जिवें तुहाडे मन नूं चंगा लगे। दोनों घोड़ियां दा हुण मेल करा दे। आपां ते यही कुछ करना सी ना कि घोड़े दोने जेड़े उन्हां नूं मिल जाना करन। ते हुण इदां करो कि घोड़े दोने जेड़े उन्हां दा मेल करा देंगे, तां ही जेड़ा सारा कारज बन आवेगा। सो सतगुरु जी ने हुक्म कीता ते सतगुरु जी दे हुक्म दे नाल ये सारा कारज हुण जिवें बाबा जी अगे बेनती करनगे, गुरु साहब जी हुक्म करनगे, ते जिवें जिवें ये सारा कारज होवेगा। ये तो अगे कथा प्रारंभ हुई है। आप गुरु साहब जी कृपा करन, रहमत करन, आप विच वरतन, आप संगतां मन बिरतियां एकाग्र करते हुए बख्शो आसीस। गज के बोलना करिए जी सतनाम
श्री वाहिगुरु साहिब जी। मजल विलास पहल की आयो। कवि जी कहते कि ये कहन लगे कि भाई पहला ही एडी लंबी मजल पै गई। घोड़ा बड़े दिनों का वंजा सी ते पहले दिन चाहिदा सी कि थोड़ी मजल हुंदी, पर हुण कारज ही इहो जिहा सी कि थोड़ी मजल नहीं सी हो सकती। इस करके घोड़ा ज्यादा थक गया होवेगा। यो सिमरत याते मुरझायो। इस करके ਇਹਦਾ ਚਿਹਰਾ इना मुरझाया होया है। श्री हरगोबिंद बिंद चंद बखाना। श्री गुरु हरगोबिंद साहब महाराज जी ने ये भजन करना कीते। सुनो जोध इम परै बखाना। हे राय जोध साडे मन ਨੂੰ ਕਿਉਂ ਹੀ ਪ੍ਰਤੀਤ ਹੁੰਦਾ ਹੈ बहुत बिलोचन ते बहबारी। क्योंकि ਅੱਖਾਂ ਦੇ ਵਿੱਚੋਂ ਪਾਣੀ ਤਾਂ ਹੀ ਵਗਦਾ ਹੈ ਕਿ ਘੋੜੇ ਨੂੰ ਵਿਛੋੜੇ ਦਾ ਦੁੱਖ ਲੱਗਾ ਹੋਇਆ ਹੈ। और पीरा जन वहर पसारी। ਇਹ ਘੋੜੇ ਨੂੰ ਹਿਰਦੇ ਦੇ ਵਿੱਚ ਪੀੜਾ ਦਿਖਾਈ ਦਿੰਦੀ ਹੈ। ਉਹ ਕਿਹੜੀ ਪੀੜਾ ਹੈ? ਵਿਛੋੜੇ ਦੀ ਪੀੜਾ। होयो होए को ब्रह इस्ताई। ਇਹਦਾ ਵਿਛੋੜਾ ਪਹਿਲੇ ਹੋਇਆ ਨਹੀਂ ਹੈ, ਇਹਦੇ ਕਾਰਨ ਘੋੜਾ ਕੁਝ ਖਾ ਨਹੀਂ ਰਿਹਾ। जिस जग रहत समीप सदाई। ਜਿਸ ਘੋੜੇ ਆਪਸ ਦੇ ਵਿੱਚ ਪਾਸ ਰਹਿੰਦੇ ਸੀ ਤੇ ਇਹਨਾਂ ਦਾ ਕਦੀ ਵੀ ਵਿਛੋੜਾ ਨਹੀਂ ਹੋਣਾ ਕੀਤਾ। विधि चंद सब गाथ सुनाई। ਬਾਬਾ ਬਿਧੀ ਚੰਦ ਜੀ ਨੇ ਇਹ ਸਾਰੀ ਕਹਾਣੀ ਹੁਣ ਸੁਣਾਉਣ ਲੱਗੇ। तोड़े तोए हुदे दरियाई। सतगुरु जी के दरियाई घोड़े हैं ते दोनों ही बच्चे साथ ही पले हन। एह दिल बाग दुतिये गुल बाग। सतगुरु जी का नाम दिलबाग है ते दूसरे का नाम गुलबाग है। बंदन निकट बढ़ियो अनुराग। सतगुरु जी दोनों निक्के हुंदियां तो एक खुरली दे ऊपर पले अते एक खुरली दे ऊपर ही पट्ठे खांदे रहे। दाना मोह भांत निहारी। सतगुरु जी भावे आप जी ने भी भाई जेठे जी नूं कह के बड़े तरह का दाना निहारी पाई है, पर विछोड़े के कारण घोड़े ने कुछ भी खाना नहीं किया। दोनों खात खरे एक सारी। क्योंकि दोनों ही दिन को लेके रात महीने तक एक था दोनों ही बचे रहते सन। ईद आद दिन खोला हो कबे। सतगुरु जी बादशाह ने एक ईद वाले दिन खोलना कीते। ज्यों संगतां दे कोलों खोए ਉਹਦੇ ਤੋਂ ਲੈ ਕੇ ਇੱਕ ਦਿਨ ਲੋਕਾਂ ਨੂੰ ਦਿਖਾਉਣ ਵਾਸਤੇ ਬਾਹਰ ਲਿਆਉਣਾ ਕੀਤੇ। सतगुरु जी नहीं ते के साला तीकर एक ही खुरली ते बच्चे रहते हैं। इस करके सतगुरु जी ये जेड़ा दोनों का बिरहा ये जानिया जाता है। ਇਹਦੇ ਕਾਰਨ ਇਹਦੀਆਂ ਅੱਖਾਂ ਦੇ ਵਿੱਚੋਂ ਜਲ ਵਗਦਾ ਹੈ। ਇਹ ਵਿਛੋੜੇ ਦਾ ਭਾਰੀ ਦੁੱਖ ਲੱਗਾ ਹੈ। ਇਹ ਸਤਿਗੁਰੂ ਜੀ ਦੇ ਵਚਨ ਸੁਣ ਕੇ ਬਾਬਾ ਜੀ ਦੇ ਵਚਨ ਸੁਣ ਕੇ ਸਾਰਿਆਂ ਨੂੰ ਪੱਕਾ ਨਿਹਚਾ ਹੋ ਗਿਆ ਕਿ ਇਹ ਘੋੜਾ ਇਹਦੇ ਕਾਰਨ ਦੁਖੀ ਹੋ ਰਿਹਾ, ਕੋਈ ਥਕੇਵਾ ਨਹੀਂ ਹੈ, ਹੋਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ। इस तरह वचन करके गुरु महाराज जी उठ के अगे चले गए। जिन्हां दे अनेकां ही प्रकार दे कौतक ते जेड़े गरीबां नूं निवाजण वाले सच्चे पातशाह मीरी पीरी दे मालक जिन्हां दे दर तों पता नहीं किन्ने क गरीब नवाजे ने, उन्हां दी कोई गिनती नहीं कर सकदा। सतगुरु जी ने दोबारा जाके घोड़े की हालत नूं देखना कीता कि अखां दे विचों बहुत पानी वगी जा रहा है। इन्ना मुरझाया है कि किसी दे आउण ते किसी वल देखदा नहीं है,
ਨਾ ਕਿਸੇ ਬੰਨੇ ਪੈਰ ਪੁੱਟਦਾ ਹੈ। ਪ੍ਰਣਦਾਨਾ ਈਖਦ ਹੀ ਆਇਆ। ਕਹਿੰਦੇ ਨਾ ਦਾਣਾ ਖਾਧਾ ਤੇ ਨਾ ਘਾਹ ਨੂੰ ਮੂੰਹ ਲਾਉਣਾ ਕੀਤਾ। ਜੋਤ ਸੰਗ ਤਬ ਗੁਰੂ ਬਖਾਨੀ। ਸਤਿਗੁਰੂ ਜੀ ਨੇ ਰਾਏ ਜੋਤ ਦੇ ਨਾਲ ਬਚਨ ਕੀਤਾ। ਰਹਿ ਕੀ ਪੀਰ ਇਸੈ ਹਮ ਜਾਨੀ। ਫਿਰ ਰਾਏ ਜੋਤ ਉਹੀ ਬਚਨ ਜਿਹੜਾ ਤੁਹਾਨੂੰ ਪਹਿਲੇ ਦੱਸ ਕੇ ਆਏ, ਇਹਨੂੰ ਬਿਰਹਾ ਦਾ ਰੋਗ ਲੱਗਾ ਹੋਇਆ ਹੈ। ਅਪਰਨਾ ਤਨ ਮਹ ਸੰਕਟ ਕੋਈ। ਹੋਰ ਕਿਸੇ ਪ੍ਰਕਾਰ ਦਾ ਇਹਦੇ ਸਰੀਰ ਨੂੰ ਸੰਕਟ ਨਹੀਂ। ਏਕ ਥਾਨ ਬੰਦੇ ਰਹਿ ਦੋਈ। ਕਿਉਂਕਿ ਜਿਵੇਂ ਬਹਾਦਰ ਵਿਧੀ ਚਾਚੀ ਨੇ ਦੱਸਿਆ, ਸੰਗਤਾਂ ਨੇ ਦੱਸਿਆ ਕਿ ਇਹ ਛੋਟੇ ਹੁੰਦਿਆਂ ਤੋਂ ਇੱਕ ਹੀ ਖੁਰਲੀ ਤੇ ਵੱਜਦੇ ਰਹੇ ਹਨ। ਸ੍ਰੀ ਗੁਰੂ ਪੈਨ ਜੋਤ ਸਨਮਾਨਾ। ਗੁਰੂ ਸਾਹਿਬ ਜੀ ਦੇ ਵਚਨ ਰਾਏ ਜੋਧ ਨੇ ਬੜੇ ਸਨਮਾਨ ਦੇ ਨਾਲ ਸੁਣਨਾ ਕੀਤੇ। ਇਸ਼ਟ ਆਪ ਪ੍ਰਥਮ ਹੀ ਜਾਨਾ। ਸਤਿਗੁਰੂ ਜੀ ਆਪ ਜੀ ਨੇ ਤੇ ਪਹਿਲਾਂ ਹੀ ਜਾਣ ਲਿਆ ਸੀ ਕਿ ਘੋੜੇ ਨੂੰ ਕਿਹੜਾ ਰੋਗ ਲੱਗਾ ਹੋਇਆ ਹੈ। ਕਰਬ ਸਕਤ ਕੇ ਮਾਲਕ ਰਾਵਲ। ਕਿਉਂਕਿ ਆਪ ਜੀ ਨੂੰ ਕੋਈ ਦੱਸੇ ਚਾਹੇ ਨਾ ਦੱਸੇ, ਆਪ ਦੇ ਸਰਬ ਸ਼ਕਤੀਆਂ ਦੇ ਮਾਲਕ ਹੋ। ਕਹਿਓ ਜੋ ਤੁਰ ਕਹੈ ਸੋ ਮਤ ਪਾਵਲ। ਸਤਿਗੁਰੂ ਜੀ ਜਿਹੜਾ ਤੁਸੀਂ ਵਚਨ ਕਰਦੇ ਹੋ ਕਿ ਜੋ ਵਚਨ ਕੀਤਾ ਹੈ ਕਿ ਘੋੜੇ ਨੂੰ ਵਿਛੋੜੇ ਦਾ ਦੁੱਖ ਹੈ, ਜਿਹੜਾ ਇਸ ਗੱਲ ਨੂੰ ਨਾ ਮੰਨਣਾ ਕਰੇ ਉਹ ਤੇ ਫਿਰ ਪਾਗਲੀ ਹੋਵੇਗਾ। ਕਿਉਂਕਿ ਜਿਹੜਾ ਆਪ ਜੀ ਦੇ ਮੁਖ ਦੇ ਵਿੱਚੋਂ ਵਚਨ ਹੋ ਜਾਵੇ, ਉਹ ਜਿਹੜਾ ਸਿੱਖ ਕਵੇ ਕਿ ਭਾਈ ਕਿਵੇਂ ਨਹੀਂ ਹੋ ਸਕਦਾ ਜਿਵੇਂ ਗੁਰੂ ਜੀ ਨੇ ਕਿਹਾ। ਰਾਏ ਜੋਧ ਕਹਿੰਦਾ ਸਤਿਗੁਰੂ ਜੀ ਉਹ ਤੇ ਪਾਗਲ ਹੀ ਹੋਵੇਗਾ ਨਾ, ਸਦਾਈ ਹੋਵੇਗਾ ਨਾ। ਕਿਉਂਕਿ ਆਪ ਜੀ ਦੇ ਮੁਖ ਦੇ ਵਿੱਚੋਂ ਕਿਹਾ ਹੋਇਆ ਵਚਨ ਬਿਲਕੁਲ ਸੱਚਾ ਹੁੰਦਾ ਹੈ। ਅਬ ਕਰ ਫੇਰ ਧੀਰ ਕਹਦਾ ਹੋ। ਸਤਿਗੁਰੂ ਜੀ ਕਿਰਪਾ ਕਰਕੇ ਇਹਨੂੰ ਦੁਬਾਰਾ ਧੀਰਜ ਦੇਣਾ ਕਰੋ। ਮਨ ਇਸ ਕੋ ਫਿਰ ਭਲੇ ਕਰਾ ਹੋ। ਇਹਦੇ ਮਨ ਨੂੰ ਚੰਗੀ ਤਰ੍ਹਾਂ ਧੀਰਜ ਦੇ ਕੇ ਸਮਝਾਉਣਾ ਕਰੋ। ਅਬ ਸਤਿਗੁਰ ਨਿਜ ਪੰਕਜ ਹਾਥ। ਸਤਿਗੁਰੂ ਜੀ ਨੇ ਆਪਣਾ ਪਾਵਨ ਪਵਿੱਤਰ ਹੱਥ ਘੋੜੇ ਦੀ ਪਿੱਠ ਤੇ ਫਾੜਨਾ ਕੀਤਾ। ਤੇਰਣ ਕੀਨ ਦਿਲਾਸੇ ਸਾਥ। ਸਤਿਗੁਰੂ ਜੀ ਨੇ ਦਰਾਸਾ ਦਿੱਤਾ, ਘੋੜੇ ਨੂੰ ਥਾਪੀ ਦੇਣਾ ਕੀਤੀ। ਬਦਨ ਬਿਲੋਚਨ ਪੀਠ ਉਤਾਰਾ। ਕਹਿੰਦੇ ਮੁਖ ਤੇ ਨੈਣ ਉਹਨਾਂ ਦੇ ਉੱਪਰ ਵੀ ਸਤਿਗੁਰੂ ਜੀ ਨੇ ਆਪਣਾ ਪਵਿੱਤਰ ਹੱਥ ਫੇਰਨਾ ਕੀਤਾ। ਕਰ ਕਰ ਕਿਆ ਕੋ ਰੁਚਿਤ ਉਚਾਰਾ। ਕਹਿੰਦੇ ਕਿ ਸਤਿਗੁਰੂ ਜੀ ਨੇ ਕੋਈ ਮਨ ਦੇ ਵਿੱਚ ਬਚਨ ਕਰਕੇ ਤੇ ਘੋੜੇ ਨੂੰ ਸਮਝਾਉਣਾ ਕੀਤਾ। ਨਾਮ ਜਾਣ ਭਾਈ ਕਿਆ ਕਰਦਾ। ਤੇ ਨਾਮ ਘੋੜੇ ਦਾ ਰੱਖ ਦੇਣਾ ਕੀਤਾ ਜਾਣ ਭਾਈ, ਜਿਹਦਾ ਨਾਮ ਪਹਿਲੇ ਦਿਲਬਾਗ ਰੱਖਿਆ ਸੀ, ਦੂਸਰੇ ਦਾ ਨਾਮ ਗੁਲਬਾਗ ਸੀ। ਅੱਜ ਗੁਰੂ ਸਾਹਿਬ ਜੀ ਨੇ ਨਾਮ ਇਹਦਾ ਜਾਣ ਭਾਈ ਰੱਖ ਦੇਣਾ ਕੀਤਾ। ਜਗਦਾਨਾ ਅਜਬ ਹੋ ਹਿਤ ਧਰ ਕੇ। ਸਤਿਗੁਰੂ ਜੀ ਕਹਿਣ ਲੱਗੇ ਘੋੜਿਆ ਜਾਣ ਭਾਈ, ਇਹ ਦਾਣਾ ਤੇਰੇ ਵਾਸਤੇ ਪਾਇਆ ਹੈ, ਇਹ ਘਾਹ ਤੇਰੇ ਵਾਸਤੇ ਪਾਇਆ ਹੈ। ਤੂੰ ਕਿਸੇ ਪ੍ਰਕਾਰ ਦਾ ਫਿਕਰ ਨਾ ਕਰ। ਤੈਨੂੰ ਗੁਰੂ ਘਰ ਦੇ ਵਿੱਚ ਢੋਈ ਮਿਲ ਗਈ ਹੈ, ਤੇਰਾ ਵਿਛੋੜੇ ਦਾ ਦੁੱਖ ਵੀ ਦੂਰ ਹੋ ਜਾਵੇਗਾ। ਤੇ ਘੋੜੇ ਨੇ ਉਸੇ ਵੇਲੇ ਪੱਠੇ ਖਾਣੇ ਸ਼ੁਰੂ ਕਰ ਦੇਣਾ ਕੀਤੇ। ਗੁਰ ਕਰ ਆਏ ਕਸਟ ਨਾ ਪਾਵਹੁ। ਸਤਿਗੁਰੂ ਜੀ ਕਹਿਣ ਲੱਗੇ ਕਿ ਘੋੜੇ ਜਾਣ ਭਾਈ, ਗੁਰੂ ਘਰ ਦੇ ਵਿੱਚ ਆਣ ਕੇ ਤੇ ਕੋਈ ਕਸ਼ਟ ਨਹੀਂ ਪਾਉਂਦਾ, ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਕਿਉਂਕਿ ਗੁਰੂ ਦੇ ਦਰ ਤੇ ਅਸੀਂ ਜਾਂਦੇ ਹੀ ਇਸੇ ਕਰਕੇ। ਜੀਵ ਦੁੱਖਾਂ ਦਾ ਮਾਰਿਆ ਹੈ, ਦੁੱਖਾਂ ਦਾ ਸਤਾਇਆ ਹੋਇਆ ਹੈ, ਜੀਵਾਂ ਦਾ ਸਤਾਇਆ ਹੋਇਆ ਹੈ, ਆਂਢ ਗੁਆਂਢ ਦਾ ਸਤਾਇਆ ਹੋਇਆ ਹੈ। ਬਿਨਾਂ ਮਤਲਬ ਤੋਂ ਫਿਰ ਜੀਵ ਦੁਖੀ ਹੋ ਕੇ ਗੁਰੂ ਦੀ ਸ਼ਰਨ ਦੇ ਵਿੱਚ ਜਾਂਦਾ ਕਿ ਗੁਰੂ ਜੀ ਕਿਰਪਾ ਕਰੋ, ਸ਼ਾਂਤੀ ਬਖਸ਼ੋ, ਰਹਿਮਤ ਬਖਸ਼ੋ। ਸੰਸਾਰ ਦੇ ਵਿੱਚ ਆਏ ਹੈ, ਜੀਵਨ ਸਫਲਾ ਹੋ ਜਾਵੇ। ਤੇ ਗੁਰੂ ਜੀ ਉਪਦੇਸ਼ ਦਿੰਦੇ ਕਿ ਭਾਈ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਗੁਰੂ ਘਰ ਦੇ ਵਿੱਚ ਸਦਾ ਸਦਾ ਹੈ ਨਿਆਉ। ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਮਿਲਦਾ ਹੈ। ਕਿਉਂਕਿ ਤਾਂ ਹੀ ਤੇ ਭਗਤ ਜੀ ਕਹਿੰਦੇ ਹੈ ਨਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇ। ਕਿ ਜੋ ਤੂੰ
ਕਰੀ ਜਾਣਾ ਇਹ ਤੈਨੂੰ ਭੁਗਤਣਾ ਪੈਣਾ ਹੈ। ਦੂਸਰਾ ਕਾਰਜ ਇਹ ਮਹਾਤਮਾ ਜਨ ਰੱਬ ਦੇ ਪਿਆਰੇ ਇਹ ਕਿਹਾ ਕਰਦੇ ਕਿ ਭਾਈ ਜੇ ਤੇ ਕੋਈ ਬਾਹਰ ਕਾਰਜ ਕਰਦਾ ਹੈ ਕਿਸੇ ਦੇ ਨਾਲ ਈਰਖਾ ਕਰਨੀ, ਦਵੇਗ ਕਰਨੀ, ਬਿਨਾਂ ਮਤਲਬ ਤੋਂ ਨਿੰਦਿਆ ਕਰੀ ਜਾਣੀ, ਕਿਸੇ ਦੀ ਰੋਜੀ ਰੋਟੀ ਛੀਨ ਲੈਣੀ, ਉਹ ਵੀ ਗੁਰੂ ਘਰ ਮੰਦਰ ਮਸਜਿਦ ਦੇ ਵਿੱਚ ਰਹਿੰਦਿਆਂ ਇਹ ਕਾਰਜ ਕਰਨੇ, ਕਹਿੰਦੇ ਇਹਦਾ 100 ਗੁਣਾ ਜਿਹੜਾ ਫਲ ਹੈ ਨਾ, ਕਿਉਂਕਿ ਗੁਰੂ ਘਰ ਦੇ ਵਿੱਚ ਅਸੀਂ 10 ਰੁਪਏ ਟੇਕਦੇ ਆ, 1 ਰੁਪਏ ਟੇਕਦੇ, ਕੀ ਆਸ ਰੱਖ